भगवंत मान सरकार दा जिहड़ा पलेठा बजट समागम रहा। देखो पंजाब विधान सभा दे विच 24 तो लैके 30 जून तक ये बजट समागम किया गया। इहदे विच विरोधी धिर ने भी बहुत सारे मुद्दे उठाए, हाकम धिर ने उन्हां दे जवाब भी दिते, कईयां दे विच विरोधी धिर नूं घेरिया भी ते विरोधियों ने हाकम धिर नूं। डिप्टी स्पीकर दा अहुदा जिहड़ा उप स्पीकर वो जय किशन अरोड़ी साहब गढ़शंकर वालियां नूं बना लिया, जिहदे च विरोधियों ने भी कोई इतराज़ नहीं किया। सर्बसम्मति नाल ही तकरीबन ये बनाया। इस मामले दे विच कुल 92 विधायक ने हाकम धिर दे, 18 ने कांग्रेस दे, एक उन्हां दा आज़ाद है, 2 भारतीय जनता पार्टी दे ने, 3 अकाली दल दे ने ते 1 बहुजन समाज पार्टी। ਤੇ ਜੇਕਰ ਰਾਹੁਲ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਉੱਤੇ ਪ੍ਰਤੀਕਰਮ ਦਿੰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਧਨਾੜਾ ਨੂੰ ਦੌਲਤਵੀਰ ਤੇ ਨੌਜਵਾਨਾਂ ਨੂੰ ਅਗਨੀਵੀਰ ਬਣਾਇਆ। ਜਦੋਂ ਸਰਕਾਰ ਆਪੇ ਬਹੁ ਗਿਣਤੀ ਦੇ ਵਿੱਚ ਹੈ ਤੇ ਨਾਲ ਕਾਂਗਰਸ ਦੇ 19 ਹੋਰ ਰਲ ਗਏ 111 ਹੋ ਗਏ, ਤਾਂ ਮੇਰਾ ਖਿਆਲ ਹੈ ਕਿ 2 ਬੰਦੇ ਜਿਹੜੇ ਬੀਜੇਪੀ ਵਾਲੇ ਸੀ ਉਹਨਾਂ ਨੇ ਇਹਦਾ ਸਾਥ ਨਹੀਂ ਦਿੱਤਾ। ਉਹ ਬੜੇ ਗਿਣਤੀਆਂ ਗਿਣਾ ਰਹੇ ਸੀ, ਜਿਹਦਾ ਆ ਆਇਆ ਜੀ ਫਲਾਨਾ ਕਰਤਾ ਢੀਗੜਾ ਕਰਤਾ, ਲੇਕਿਨ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਹੋ ਗਿਆ। ਆਮ ਲੋਕਾਂ ਲਈ ਮੋਦੀ ਸਰਕਾਰ ਕੋਲੇ ਕੱਖ ਨਹੀਂ, ਨਾ ਮੋਦੀ ਸਰਕਾਰ ਇਸ ਮਾਮਲੇ ਦੇ ਵਿੱਚ ਕੁਝ ਕਰਨਾ ਚਾਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਦੌਲਤਵੀਰ ਤੇ ਆਮ ਲੋਕਾਂ ਨੂੰ ਅਗਨੀਵੀਰ ਬਣਾ ਕੇ ਠੇਕੇ ਦੇ ਉੱਤੇ ਦੇਸ਼ ਦੀ ਫੌਜ ਨੂੰ ਦੇਣਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜੋ ਨਾਮੋਸ਼ੀਜਨਕ ਹਾਰ ਹੋਈ ਹੈ ਉਸ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਵੱਲੋਂ ਵੀ ਤੰਜ ਕੱਸੇ ਗਏ। ਸੰਗਰੂਰ ਉਪ ਚੋਣ ਦਾ ਸ਼ੀਸ਼ਾ ਸਾਰੀਆਂ ਹੀ ਰਾਜਸੀ ਪਾਰਟੀਆਂ ਨੂੰ ਲੋਕਾਂ ਨੇ ਦਿਖਾਇਆ। ਜਿਹੜੀ ਕਾਂਗਰਸ ਹੈ ਉਹਨੂੰ ਫਿਰ ਵੀ 80,000 ਦੇ ਲਗਭਗ ਵੋਟ ਮਿਲ ਗਈ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਸਾਹਿਬ ਦੇ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਲੜੀ ਸੀ ਜੀ, ਉਹ ਵੀ ਵੋਟ ਚੰਗੀ 64-65,000 ਦੇ ਲਗਭਗ ਲੈ ਗਏ। ਤੇ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਨੇ? 44,428। ਇੱਕ ਗੱਲ ਦੇਖਣ ਨੂੰ ਮਿਲਿਆ ਕਿ ਸੈਸ਼ਨ ਦੌਰਾਨ ਜਿੰਨੇ ਵੀ ਵਿਧਾਇਕ ਸੀ ਸਾਰਿਆਂ ਨੇ ਬੈਠ ਕੇ ਇਕੱਠਿਆਂ ਨੇ ਖਾਣਾ ਖਾਧਾ, ਜਿਸ ਨੇ ਕਿ ਮੁੜ ਤੋਂ ਪੁਰਾਣੀ ਇੱਕ ਮਿਸਾਲ ਦਿੱਤੀ। ਜਿਹੜੀ ਕੜੱਤਨ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਅਕਾਲੀ ਦਲ ਨਾਲ ਪੈ ਗਈ ਸੀ ਜੀ, ਉਹਦੇ ਕਰਕੇ ਪ੍ਰਥਾ ਬੰਦ ਹੋ ਗਈ ਸੀ। ਇਹ ਪ੍ਰਥਾ ਹੁਣ ਦੁਬਾਰਾ ਚੱਲੀ ਹੈ। ਗੁਰਦੁਆਰਾ ਚੋਣ ਕਮਿਸ਼ਨ ਮੁਖੀ SS ਸਾਰੋ ਨੇ ਸਰਗਰਮੀਆਂ ਤੇਜ਼ ਕੀਤੀਆਂ। ਇਹ ਉਸ ਮੁਖੀ ਨੇ ਪਹਿਲਾਂ ਤਾਂ ਉਹਨੂੰ ਕੋਈ ਥਾਂ ਹੀ ਨਹੀਂ ਦਿੱਤੀ, ਹੁਣ ਪਤਾ ਲੱਗਿਆ ਕਿ ਦਫ਼ਤਰ ਮਿਲ ਗਏ ਨੇ, ਸਾਰਾ ਕੁਝ ਹੋ ਗਿਆ, ਉਹਨਾਂ ਨੇ ਸਰਗਰਮੀਆਂ ਤੇਜ਼ ਕਰਤੀਆਂ ਨੇ। ਉਮੀਦ ਰੱਖਣੀ ਚਾਹੀਦੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੌਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਜਲਦ ਕਰਾਉਣ ਦਾ ਯਤਨ ਕਰੇ। ਗੱਲਬਾਤ ਕਰ ਲਈ ਜਾਵੇ ਭਗਵੰਤ ਮਾਨ ਸਰਕਾਰ ਦੀ, ਤਾਂ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੌਰਾਨ ਉਹਨਾਂ ਦੇ ਵੱਲੋਂ ਵੱਡੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ, ਉਸ ਦੌਰਾਨ ਬਿਜਲੀ ਨੂੰ ਲੈ ਕੇ ਵੀ ਇੱਕ ਗਰੰਟੀ ਦਿੱਤੀ ਗਈ ਸੀ ਤੇ ਬਿਜਲੀ ਦੀ ਗਰੰਟੀ ਨੂੰ ਪੂਰਾ ਕਰ ਦਿੱਤਾ ਮਾਨ ਸਰਕਾਰ ਦੇ ਵੱਲੋਂ। 300 ਯੂਨਿਟ ਬਿਜਲੀ ਖਪਤਕਾਰਾਂ ਨੂੰ ਮੁਫਤ ਦਿੱਤੀ ਜਾਵੇਗੀ। ਠੀਕ ਹੈ, ਦੇ ਦਿਓ, ਖਪਤਕਾਰ ਖੁਸ਼ ਹੋਣਗੇ। ਪਹਿਲੇ ਹੀ ਮੁਕਤਖੋਰੀ ਦੀ ਸਿਆਸਤ ਨੇ ਪੰਜਾਬ ਦਾ ਬੇੜਾ ਗਰਕ ਕਰਤਾ, ਕੁਝ ਹੋਰ ਹੋ ਜਾਊਗਾ। ਲੇਕਿਨ ਜਿਹੜਾ 11,000 ਕਰੋੜ ਦਾ ਭਾਰ ਪੈਣਾ ਹੈ, ਇਹਦੀ ਪੂਰਤੀ ਕੌਣ ਕਰੇਗਾ? ਇਹਦੀ ਪੂਰਤੀ ਹੋਣੀ ਚਾਹੀਦੀ ਹੈ। ਤੁਸੀਂ ਭਾਵੇਂ ਜਿਹੜੇ ਬਾਕੀ ਰਹਿ ਗਏ ਵੀ ਮਾਫ ਕਰ ਦਿਓ, ਖੁੱਲਾ ਲੰਗਰ ਵਰਤਾਓ, ਪਰ ਬਿਜਲੀ ਬੋਰਡ ਨੂੰ ਕਿਵੇਂ ਚਲਾਉਣਾ ਇਹਦੇ ਬਾਰੇ ਮਾਨ ਸਰਕਾਰ ਦਾ ਬਜਟ ਬਿਲਕੁਲ ਚੁੱਪ। ਨੁਪੁਰ ਸ਼ਰਮਾ ਦੀ ਗੱਲ ਕਰ ਲਈ ਜਾਵੇ ਤਾਂ ਸੁਪਰੀਮ ਕੋਰਟ ਨੇ ਉਸ ਨੂੰ ਚੰਗੀ ਝਾੜ ਪਾਈ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਚਾਹੀਦੀ। ਉਦੈਪੁਰ ਦੇ ਵਿੱਚ ਬਾਅਦ ਦੇ ਵਿੱਚ ਕਤਲ ਵੀ ਹੋਏ, ਉੱਥੇ ਇਸ ਤਰ੍ਹਾਂ ਦੀ ਸਥਿਤੀ ਵਾਪਰੀ ਪਈ ਹੈ ਕਿ ਵਕੀਲਾਂ ਨੇ ਉੱਥੇ ਉਹ ਜਿਹੜੇ 4 ਮੁਜਰਮ ਸੀ ਉਹਨਾਂ ਤੇ ਹਮਲਾ ਵੀ ਕਰਤਾ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੋੜ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਹਫ਼ਤੇ ਭਰ ਦੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ, ਜਿਸ ਖਬਰਾਂ ਕਰਕੇ ਪਿਛਲਾ ਹਫ਼ਤਾ ਪੂਰਾ ਸਰਗਰਮ ਰਿਹਾ ਹੋਵੇ। ਜੇਕਰ ਗੱਲ ਕੀਤੀ ਜਾਵੇ ਪਿਛਲੇ ਹਫ਼ਤੇ ਦੀ ਤਾਂ ਅਜਿਹੀਆਂ ਕਾਫੀ ਵੱਡੀਆਂ ਖਬਰਾਂ ਰਹੀਆਂ ਨੇ ਜਿਸ ਕਰਕੇ ਕਾਫੀ ਸਰਗਰਮ ਰਿਹਾ। ਸੋ ਉਸ ਮੁੱਦੇ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਹਨਾਂ ਪੂਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਰੀਨਾ ਜੀ। ਜੀ ਢਿੱਲੋਂ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਹਾਂ ਪੂਰੇ ਹਫ਼ਤੇ ਭਰ ਦੀਆਂ ਵੱਡੀਆਂ ਖਬਰਾਂ ਤੇ ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲਾ ਹਫ਼ਤਾ ਕਾਫੀ ਸਰਗਰਮ ਰਿਹਾ। ਅਜਿਹੀਆਂ ਬਹੁਤ ਵੱਡੀਆਂ ਖਬਰਾਂ ਜ਼ਰੂਰ ਰਹੀਆਂ ਨੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਪੰਜਾਬ
ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਜਿਹੜਾ ਪਲੇਠਾ ਬਜਟ ਸਮਾਗਮ ਰਿਹਾ। ਦੇਖੋ, ਪੰਜਾਬ ਵਿਧਾਨ ਸਭਾ ਦੇ ਵਿੱਚ 24 ਤੋਂ ਲੈ ਕੇ 30 ਜੂਨ ਤੱਕ ਇਹ ਬਜਟ ਸਮਾਗਮ ਕੀਤਾ ਗਿਆ, ਜਿਹੜਾ ਕਈ ਪੱਖਾਂ ਤੋਂ ਕਾਫੀ ਚਰਚਿਤ ਰਿਹਾ। ਬਿਲਕੁਲ ਜੀ। ਇਹਦੇ ਵਿੱਚ ਵਿਰੋਧੀ ਧਿਰ ਨੇ ਵੀ ਬਹੁਤ ਸਾਰੇ ਮੁੱਦੇ ਉਠਾਏ, ਹਾਕਮ ਧਿਰ ਨੇ ਉਹਨਾਂ ਦੇ ਜਵਾਬ ਵੀ ਦਿੱਤੇ, ਕਈਆਂ ਦੇ ਵਿੱਚ ਵਿਰੋਧੀ ਧਿਰ ਨੂੰ ਘੇਰਿਆ ਵੀ ਤੇ ਵਿਰੋਧੀਆਂ ਨੇ ਹਾਕਮ ਧਿਰ ਨੂੰ ਘੇਰਿਆ। ਸਾਰਾ ਸਵਾਲ ਜਵਾਬ ਵੀ ਹੁੰਦੇ ਰਹੇ, ਇੱਥੋਂ ਤੱਕ ਕਿ ਸਾਡੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਾਹਿਬ ਇਸ ਮਾਮਲੇ ਦੇ ਵਿੱਚ ਕਾਫੀ ਵਧੀਆ ਭੂਮਿਕਾ ਨਿਭਾਉਂਦੇ ਨਜ਼ਰ ਆਏ। ਕਿਸੇ ਚੀਜ਼ ਦੀ ਸਰਾਹਨਾ ਉਦੋਂ ਹੁੰਦੀ ਹੈ ਜਦੋਂ ਵਿਰੋਧੀ ਵੀ ਉਸ ਦੀ ਪ੍ਰਸ਼ੰਸਾ ਕਰਨ। ਬਹੁਤ ਸਾਰੇ ਪੁਰਾਣੇ ਵਿਧਾਨਕਾਰਾਂ ਨੇ, ਬਹੁਤ ਸਾਰੇ ਪੁਰਾਣੇ ਉਪ ਸਪੀਕਰਾਂ ਨੇ ਇਹਨਾਂ ਦੀ, ਕੁਲਤਾਰ ਸਿੰਘ ਸੰਧਵਾਂ ਸਾਹਿਬ ਦੀ ਪ੍ਰਸ਼ੰਸਾ ਕੀਤੀ। ਇਹਦੀ ਇੱਕ ਪਿਰਤ ਇਹ ਹੋਈ ਕਿ ਇਸ ਡਿਪਟੀ ਸਪੀਕਰ ਦਾ ਅਹੁਦਾ, ਜਿਹੜਾ ਉਪ ਸਪੀਕਰ, ਉਹ ਜੈ ਕਿਸ਼ਨ ਅਰੋੜੀ ਸਾਹਿਬ ਗੜ੍ਹਸ਼ੰਕਰ ਵਾਲਿਆਂ ਨੂੰ ਬਣਾ ਲਿਆ, ਜਿਹਦੇ 'ਚ ਵਿਰੋਧੀਆਂ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ। ਸਰਬਸੰਮਤੀ ਨਾਲ ਹੀ ਤਕਰੀਬਨ ਇਹ ਬਣਾਇਆ ਗਿਆ ਜੀ। ਇਸ ਮਾਮਲੇ ਦੇ ਵਿੱਚ ਕੁੱਲ 92 ਵਿਧਾਇਕ ਨੇ ਹਾਕਮ ਧਿਰ ਦੇ, 18 ਨੇ ਕਾਂਗਰਸ ਦੇ, ਇੱਕ ਉਹਨਾਂ ਦਾ ਆਜ਼ਾਦ ਹੈ, 2 ਭਾਰਤੀ ਜਨਤਾ ਪਾਰਟੀ ਦੇ ਨੇ, 3 ਅਕਾਲੀ ਦਲ ਦੇ ਨੇ ਤੇ 1 ਬਹੁਜਨ ਸਮਾਜ ਪਾਰਟੀ ਦਾ ਹੈ। ਸੋ ਕਾਫੀ ਵਧੀਆ ਮਾਹੌਲ ਦੇ ਵਿੱਚ, ਇੱਥੋਂ ਤੱਕ ਕਿ ਸੰਧਵਾਂ ਸਾਹਿਬ ਨੂੰ ਆਪਣੇ ਵਿਧਾਇਕਾਂ ਨੂੰ ਕਹਿਣਾ ਪਿਆ ਕਿ ਭਾਈ ਵਿਰੋਧੀ ਧਿਰ ਵਾਲਿਆਂ ਦੀ ਗੱਲ ਵੀ ਸੁਣਨੀ ਹੁੰਦੀ ਹੈ। ਜਿਹੜੇ ਲੋਕਾਂ ਨੇ ਉੱਥੇ ਇਹ ਗੱਲ ਕੀਤੀ ਕਿ ਜੀ ਉਹਨਾਂ ਨੂੰ ਵੱਧ ਟਾਈਮ ਦੇਤਾ, ਤੁਸੀਂ ਟਾਈਮ 4 ਗੁਣਾ ਵੱਧ ਲਓ, ਇਹਨੂੰ ਹੋਰ ਸਮਾਂ ਵਧਾ ਦਿਓ, ਪਰ ਇੱਕ ਚੀਜ਼ ਜਿਹੜੀ ਰੜਕਦੀ ਰਹੀ ਉਹ ਸਰਕਾਰ ਨੂੰ ਰੜਕਦੀ ਰਹੇਗੀ ਔਰ ਲੋਕਾਂ ਦੇ ਵਿੱਚ ਸਰਕਾਰ ਅੱਖਾਂ 'ਚ ਰੜਕਦੀ ਰਹੇਗੀ। ਉਹ ਇਹ ਕਿ ਬੇਅਦਬੀ ਦੀ ਜਾਂਚ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਮਾਂ ਮੰਗਿਆ ਕਿ ਬੇਅਦਬੀ ਹੋਈ ਕਿਵੇਂ, ਸਾਰਾ ਕੁਝ ਕਿਵੇਂ ਵਾਪਰਿਆ, ਇਹਦਾ ਮੈਨੂੰ 10 ਮਿੰਟ ਦਾ ਸਮਾਂ ਦੇ ਦਿਓ। ਮੈਂ ਇੱਕ ਲੜੀਵਾਰ ਇਸ ਦੀ ਗੱਲ ਕਰ ਦਿੰਦਾ ਤੇ ਫਿਰ ਤੇ ਅੱਧਾ ਕੁ ਘੰਟਾ ਸੈਸ਼ਨ ਵਧਾ ਲਿਓ ਤੇ ਆਪਾਂ ਗੱਲਬਾਤ ਕਰ ਲਈਏ। ਇਹ ਸਮਾਂ ਨਾ ਦੇਣਾ, ਇਹਦੇ ਨਾਲ ਸਰਕਾਰ ਦੀ ਕਿਰਕਰੀ ਹੈ, ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਅਕਸ ਗਿਆ ਹੈ। ਜਿਹੜਾ ਇਹ ਅਕਸ ਗਿਆ ਸੀ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਤਾਂ ਦੂਜਿਆਂ ਨਾਲੋਂ ਹਟ ਕੇ ਚੱਲੇਗੀ, ਵੱਖਰੇ ਤੌਰ ਤੇ ਚੱਲੇਗੀ, ਪਰ ਜਦੋਂ ਇਹ ਪ੍ਰਭਾਵ ਲੋਕਾਂ 'ਚ ਜਾਣ ਲੱਗ ਪਏ ਕਿ ਇਹ ਤਾਂ ਦਿੱਲੀ ਵਾਲਿਆਂ ਦੀ ਰਹਿਮੋ ਕਰਮ ਦੇ ਮੁਤਾਬਕ ਚੱਲ ਰਹੇ ਨੇ, ਆਪਣੇ ਤੌਰ ਤੇ ਨਹੀਂ ਚੱਲਦੇ, ਇਸ ਮਾਮਲੇ ਦਾ ਸਮਾਂ ਨਾ ਦੇਣਾ ਇਸ ਗੱਲ ਦਾ ਕਰਦਾ ਕਿ ਜਿਵੇਂ ਪਿਛਲੀਆਂ ਸਰਕਾਰਾਂ ਨੇ, ਜਿਹੜੀ ਬਾਪ ਬੇਟਾ ਦੀ ਸਰਕਾਰ ਸੀ, ਉਹਨਾਂ ਦੇ ਰਾਜ 'ਚ ਤਾਂ ਹੋਇਆ, ਉਹਨਾਂ ਨੇ ਇਹਦੇ ਵਿੱਚ ਕੱਖ ਨਹੀਂ ਕੀਤਾ। ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਨਹੀਂ, ਦੂਜਾ ਕੈਪਟਨ ਅਮਰਿੰਦਰ ਸਿੰਘ ਤੋਂ ਝੋਲੀਆਂ ਮੰਗ ਕੇ ਕੀਤੀਆਂ, ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ, ਫਿਰ ਸਿੱਟ ਬਣਾਤੀ, ਫਿਰ ਕਮਿਸ਼ਨ ਬਣਾਉਣੇ ਕਾਹਦੇ ਵਾਸਤੇ ਹੋ। ਉਦੋਂ ਬਾਅਦ ਇਹ ਤੁਰਦਾ ਚੰਨੀ ਸਾਹਿਬ ਆ ਗਏ, ਇਹ ਮੌਜੂਦਾ ਸਰਕਾਰ ਆ ਗਈ, ਪਰ ਇਹ ਮਸਲਾ ਕਿਸੇ ਸਿਰੇ ਨਹੀਂ ਲੱਗਿਆ, ਇਸ ਕਰਕੇ ਇਹਨਾਂ ਨੇ ਇਸ ਨੂੰ ਨਹੀਂ ਮੰਨਿਆ। ਸੋ ਇਸ ਦੇ ਵਿੱਚ ਬਜਟ ਪਾਸ ਕਰ ਦਿੱਤਾ ਗਿਆ, ਕੋਈ ਨਵਾਂ ਟੈਕਸ ਨਹੀਂ ਲਾਇਆ। ਕਈ ਚੀਜ਼ਾਂ ਦੇ ਉੱਤੇ ਜਿਹੜਾ ਬਜਟ ਦੇ ਵਿੱਚ ਇਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਸਿੱਖਿਆ 'ਚ ਵੀ ਵਧਾਇਆ, ਅਸੀਂ ਸਿਹਤ 'ਚ ਵੀ ਵਧਾਇਆ, ਖੇਤੀਬਾੜੀ ਲਈ ਇੰਨਾ ਕਰਤਾ ਜੀ। ਇਹ ਸਾਰਾ ਕੁਝ ਜਿਹੜੇ ਅੰਕੜੇ ਹੁੰਦੇ ਆ ਉਹ ਸਰਕਾਰ ਨੇ ਵੀ ਦਿੱਤੇ। ਵਿਰੋਧੀ ਧਿਰਾਂ ਦਾ ਪੱਕਾ ਹੀ ਹੁੰਦਾ ਕਿ ਇਹ ਤਾਂ ਜੀ ਕੱਖ ਨਹੀਂ ਹੈਗਾ, ਇਹ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਸਰਕਾਰ ਨੇ ਦਾਅਵਾ ਕੀਤਾ ਕਿ ਜਿੰਨੇ ਹੁਣ ਤੱਕ ਬਜਟ ਪੇਸ਼ ਹੋਏ ਨੇ, ਇਹ ਸਾਡੇ ਵਾਲਾ ਬਜਟ ਸਭ ਤੋਂ ਵਧੀਆ ਬਜਟ ਹੈ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਅਗਨੀਪਥ ਯੋਜਨਾ ਦੀ ਤਾਂ ਲਗਾਤਾਰ ਜਿੱਥੇ ਵਿਦਿਆਰਥੀਆਂ ਵੱਲੋਂ, ਨੌਜਵਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਸਿਆਸਤਦਾਨ ਵੀ ਕਾਫੀ ਗਰਮਾਏ ਹੋਏ ਸਨ, ਜਿਸ ਕਰਕੇ ਉਹਨਾਂ ਨੇ ਇਸ 'ਤੇ ਮਤਾ ਪਾਸ ਕੀਤਾ ਹੈ। ਤੇ ਉੱਥੇ ਜੇਕਰ ਰਾਹੁਲ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਉੱਤੇ ਪ੍ਰਤੀਕਰਮ ਦਿੰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਧਨਾੜਾ ਨੂੰ ਦੌਲਤਵੀਰ ਤੇ ਨੌਜਵਾਨਾਂ ਨੂੰ ਅਗਨੀਵੀਰ ਬਣਾ ਰਹੀ ਹੈ। ਦੇਖੋ, ਇਹ ਵਿਧਾਨ ਸਭਾ ਦੇ ਵਿੱਚ ਜੇ ਕੋਈ ਮਤਾ ਲੈ ਕੇ ਆਇਆ ਸੀ ਤਾਂ ਪਹਿਲਾਂ ਇਹ ਗੱਲ ਕੀਤੀ ਸੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ। ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਹਦੇ ਤੇ ਮਤਾ ਹੀ ਪਾ ਦਈਏ। ਅਗਲੇ ਦਿਨ ਪਹਿਲਾਂ ਮਾਨ ਸਾਹਿਬ ਨੇ ਕਿਹਾ, ਜਵਾਬ ਦਿੰਦਾ ਵੀ ਅਸੀਂ ਵੀ ਸਹਿਮਤ ਹਾਂ, ਠੀਕ ਹੈ ਤੁਸੀਂ ਇਹ ਮਤਾ ਲਿਆਓ, ਅਸੀਂ ਤੁਹਾਡੇ ਨਾਲ ਹਾਂ।
ਲੇਕਿਨ ਮਤਾ ਸਰਕਾਰੇ ਲੈ ਆਈ। 92 ਸਰਕਾਰ ਦੇ 18 ਤੇ 19 ਇਹਦੇ ਕਾਂਗਰਸ ਦਾ ਤੇ ਆਜ਼ਾਦ 111 ਹੋ ਗਏ। 3 ਅਕਾਲੀ ਦਲ ਦੇ, 2 ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇਹਦਾ ਵਿਰੋਧ ਕੀਤਾ। ਜਦੋਂ ਸਰਕਾਰ ਆਪੇ ਬਹੁ ਗਿਣਤੀ ਦੇ ਵਿੱਚ ਹੈ ਤੇ ਨਾਲ ਕਾਂਗਰਸ ਤੇ 19 ਹੋਰ ਰਲ ਗਏ 111 ਹੋ ਗਏ, ਤਾਂ ਮੇਰਾ ਖਿਆਲ ਹੈ ਕਿ 2 ਬੰਦੇ ਜਿਹੜੇ ਬੀਜੇਪੀ ਵਾਲੇ ਸੀ ਉਹਨਾਂ ਨੇ ਇਹਦਾ ਸਾਥ ਨਹੀਂ ਦਿੱਤਾ। ਉਹ ਬੜੇ ਗਿਣਤੀਆਂ ਗਿਣਾ ਰਹੇ ਸੀ, ਜਿਹਦਾ ਆਹ ਆਇਆ ਜੀ ਫਲਾਨਾ ਕਰਤਾ, ਢੀਗੜਾ ਕਰਤਾ। ਲੇਕਿਨ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਹੋ ਗਿਆ। ਪੰਜਾਬ ਦੀ ਪਹਿਲੀ ਵਿਧਾਨ ਸਭਾ ਜਿਹਨੇ ਅਗਨੀਪਥ ਯੋਜਨਾ ਦੇ ਵਿੱਚ ਸਰਕਾਰ ਦਾ ਵਿਰੋਧ ਕਰਦਿਆਂ ਮਤਾ ਪਾਸ ਕਰਤਾ। ਇਹ ਗਵਰਨਰ ਕੋਲੇ ਜਾਏਗਾ, ਗਵਰਨਰ ਸਾਹਿਬ ਇਹ 'ਤੇ ਸਾਈਨ ਕਰਦੇ ਆ ਜਾਂ ਨਹੀਂ ਕਰਦੇ, ਇਹ ਅਗਲੀ ਗੱਲ ਦੇਖਣੀ ਪਵੇਗੀ। ਦੂਜੀ ਗੱਲ, ਜਿਹੜਾ ਤੁਸੀਂ ਰਾਹੁਲ ਗਾਂਧੀ ਨੇ ਤੰਜ ਕੱਸਿਆ ਹੈ, ਉਹ ਕਹਿੰਦੇ ਸਮੁੱਚੇ ਦੇਸ਼ ਦੇ ਨੌਜਵਾਨਾਂ ਨੂੰ ਇਹਨਾਂ ਨੇ ਅਗਨੀਪਥ ਦੇ ਵਿੱਚ ਤੋਰਤਾ, ਤੇ ਦੂਜੇ ਪਾਸੇ ਜਿਹੜਾ ਧਨਾੜ ਲੋਕ ਨੇ ਉਹਨਾਂ ਨੂੰ ਇਹ ਦੌਲਤਵੀਰ ਬਣਾ ਕੇ ਖਿਤਾਬ ਦੇ ਰਹੇ ਨੇ। ਸੋ ਆਮ ਲੋਕਾਂ ਲਈ ਮੋਦੀ ਸਰਕਾਰ ਕੋਲੇ ਕੱਖ ਨਹੀਂ, ਨਾ ਮੋਦੀ ਸਰਕਾਰ ਇਸ ਮਾਮਲੇ ਦੇ ਵਿੱਚ ਕੁਝ ਕਰਨਾ ਚਾਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਦੌਲਤਵੀਰ ਤੇ ਆਮ ਲੋਕਾਂ ਨੂੰ ਅਗਨੀਵੀਰ ਬਣਾ ਕੇ ਠੇਕੇ ਦੇ ਉੱਤੇ ਦੇਸ਼ ਦੀ ਫੌਜ ਨੂੰ ਦੇਣਾ ਚਾਹੁੰਦੀ ਹੈ। ਪਹਿਲਾਂ ਇਹਨਾਂ ਨੇ ਕਿਸਾਨਾਂ ਨਾਲ ਇਹੀ ਕੁਛ ਕੀਤਾ। ਜਦੋਂ 1964 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਆ, ਜਿਨ੍ਹਾਂ ਨੇ ਨਾਅਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ, ਭਾਵ ਉਹਨਾਂ ਦਿਨਾਂ ਦੇ ਵਿੱਚ ਅਸੀਂ ਰੂਸ ਤੋਂ ਜਾਂ ਹੋਰਾਂ ਥਾਵਾਂ ਤੋਂ ਅਨਾਜ ਖਾਸ ਕਰ ਕਣਕ ਮੰਗਾਉਂਦੇ ਹੁੰਦੇ ਸੀ। ਭਾਰਤ ਦੇ ਕਿਸਾਨਾਂ ਨੇ ਖਾਸ ਕਰ ਜਿਹੜਾ ਇੱਕ ਉੱਤਰੀ ਖੇਤਰ ਹੈ, ਇਹਨਾਂ ਨੇ ਇਸ ਖੇਤਰ ਦੇ ਵਿੱਚ ਐਡਾ ਵੱਡਾ ਕੰਮ ਕਰਤਾ ਕਿ ਦੇਸ਼ ਨੂੰ ਆਤਮ ਨਿਰਭਰ ਬਣਾਤਾ ਅਨਾਜ ਦੇ ਵਿੱਚ ਮਾਮਲੇ ਵਿੱਚ। ਤੇ ਦੋਨਾਂ ਨਾਲ ਹੀ ਪੰਗਾ ਮੋਦੀ ਸਰਕਾਰ ਨੇ ਲਿਆ। ਜੈ ਜਵਾਨ ਜੈ ਕਿਸਾਨ ਇਹਦੀ ਵਿਰੋਧੀ ਧਿਰ ਜਿੰਨੀਆਂ ਵੀ ਨੇ ਉਹਨਾਂ ਨੇ ਵਿਰੋਧਤਾ ਰੱਜ ਕੇ ਕੀਤੀ ਹੈ। ਜੀ ਜੇ ਗੱਲਬਾਤ ਕਰ ਲਈਏ ਜਿਮਨੀ ਚੋਣ ਦੇ ਨਤੀਜੇ ਨੂੰ ਲੈ ਕੇ, ਤਾਂ ਦੇਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਨਾਮੋਸ਼ੀਜਨਕ ਹਾਰ ਹੋਈ ਹੈ, ਉਸ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਵੱਲੋਂ ਵੀ ਤੰਜ ਕੱਸੇ ਗਈ। ਇਸ ਤੇ ਤੁਹਾਡਾ ਕੀ ਕਹਿਣਾ? ਦੇਖੋ, ਜਿਹੜਾ ਇਹ ਸੰਗਰੂਰ ਉਪ ਚੋਣ ਦਾ ਸ਼ੀਸ਼ਾ ਸਾਰੀਆਂ ਹੀ ਰਾਜਸੀ ਪਾਰਟੀਆਂ ਨੂੰ ਲੋਕਾਂ ਨੇ ਦਿਖਾਇਆ। ਬਿਲਕੁਲ ਜੀ, ਸਭ ਤੋਂ ਵੱਡਾ ਸ਼ੀਸ਼ਾ ਦਿਖਾਇਆ ਜਿਹੜੀ ਰਾਜ ਕਰਦੀ ਪਾਰਟੀ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ 20 ਫਰਵਰੀ ਨੂੰ ਵੋਟਾਂ ਪੈਂਦੀਆਂ ਨੇ, 11 ਨੂੰ 10 ਨੂੰ ਰਿਜ਼ਲਟ ਆਉਂਦਾ ਹੈ, ਤਾਂ ਸਭ ਤੋਂ ਵੱਧ ਸੰਗਰੂਰ ਦੀਆਂ ਸਾਰੀਆਂ ਸੀਟਾਂ ਤਈ ਵੱਡੇ ਬਹੁਮਤ ਦੇ ਨਾਲ ਜਿੱਤੇ ਸੀ। ਪਰ ਬਾਅਦ ਦੇ ਵਿੱਚ 3 ਮਹੀਨਿਆਂ ਦੇ ਵਿੱਚ ਹੀ ਪਤਾ ਨਹੀਂ ਕੀ ਵਾਪਰਿਆ ਕਿ ਸਰਕਾਰ ਨੂੰ ਥੱਲੇ ਕਰਕੇ ਔ ਮਾਰਿਆ। 5 ਭਾਵੇਂ ਵਿਧਾਨ ਸਭਾ ਦੇ ਹਲਕੇ ਸਰਕਾਰ ਜਿੱਤੀ, ਜਿਹੜੇ 4 ਹਲਕਿਆਂ ਦੇ ਵਿੱਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੇ, ਉਹਨਾਂ ਨੇ 5822 ਵੋਟਾਂ ਤੇ ਅਖੀਰ ਤੇ ਜਾ ਕੇ ਮਾਨ ਸਾਹਿਬ ਨੂੰ ਜਿਤਾ ਦਿੱਤਾ। ਇਹਦੇ ਵਿੱਚ ਬਾਕੀ ਪਾਰਟੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਤੇ ਜਿਹੜਾ ਸਭ ਤੋਂ ਨਮੋਸ਼ੀਜਨਕ ਕੰਮ ਹੋਇਆ ਉਹ ਹੋਇਆ ਅਕਾਲੀ ਦਲ ਵਾਸਤੇ। ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਲੜੀ ਸੀ। ਇੱਕ ਨਵਾਂ ਪੈਂਤੜਾ ਖੇਡਿਆ ਸੀ ਬੰਦੀ ਸਿੰਘਾਂ ਦਾ, ਤੇ ਇਸ ਪੈਂਤੜੇ ਦੇ ਵਿੱਚ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ। ਤੇ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਹਨੂੰ ਫਿਰ ਵੀ 80,000 ਦੇ ਲਗਭਗ ਵੋਟ ਮਿਲ ਗਈ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਸਾਹਿਬ ਦੇ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਲੜੀ ਸੀ ਜੀ। ਉਹ ਵੀ ਵੋਟ ਚੰਗੀ 64-65 ਹਜ਼ਾਰ ਦੇ ਲਗਭਗ ਲੈ ਗਏ। ਤੇ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਨੇ? 44,428। ਉਹਦੇ ਵਿੱਚੋਂ ਦਾਅਵਾ ਕਰਦੀ ਹੈ ਬਹੁਜਨ ਸਮਾਜ ਪਾਰਟੀ ਕਿ 10,000 ਵੋਟ ਤਾਂ ਸਾਡੀ ਹੈ। ਇਹਦਾ ਮਤਲਬ ਅਕਾਲੀ ਦਲ ਨੂੰ ਤਾਂ ਵੋਟਾਂ ਉੱਥੇ ਰਹਿ ਗਈਆਂ 34,000। 9 ਚੌਕਾ 36, 4,000 ਤੋਂ ਵੀ ਘੱਟ ਇੱਕ ਹਲਕੇ ਦੇ ਵਿੱਚ ਇਹਨਾਂ ਦੀ ਵੋਟ ਨਿਕਲੀ ਹੈ। ਇਹਨੂੰ ਨਮੋਸ਼ੀਜਨਕ ਨਹੀਂ ਕਹਾਂਗੇ ਤੇ ਹੋਰ ਕੀ ਕਹਾਂਗੇ। ਤੇ ਇਹਨਾਂ ਦੇ ਜਿਹੜੇ ਅਹਿਲਕਾਰ ਨੇ, ਇਹਨਾਂ ਦੀ ਇੱਕ 13 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਨੇ ਇਹ ਕਿਹਾ ਸੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਡੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਲੋੜ ਹੈ। ਲੋਕ ਲੀਡਰਸ਼ਿਪ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਹਨਾਂ ਦਾ ਕੰਮ ਉਹ ਹੈ ਕਿ ਕਿਸੇ ਦੀ ਡੁੱਲ ਗਈ ਦਾਲ ਕਹਿੰਦਾ ਯਾਰ ਹੋ ਰਹੀ ਭੁੰਜੇ ਖਾਂਦੇ ਹੁੰਦੇ ਆ ਬਹਿ ਕੇ। ਇਸ ਕਰਕੇ ਇਹ ਤਾਂ ਕਿਹਾ ਨਾ ਕਿਹਾ। ਜੇ ਇਹਨਾਂ ਨੇ ਇਹ ਸਾਰਾ ਕੁਝ 2017 ਦੇ ਵਿੱਚ ਵਿਚਾਰਿਆ ਹੁੰਦਾ, ਹੋ ਸਕਦਾ ਇਹਨਾਂ ਦੀ ਅੱਜ ਦੇ ਨਤੀਜੇ ਕੁਝ ਹੋਰ ਹੁੰਦੇ ਜੀ। ਇੱਕ ਗੱਲ ਦੇਖਣ ਨੂੰ ਮਿਲਿਆ ਕਿ ਸੈਸ਼ਨ ਦੌਰਾਨ ਜਿੰਨੇ ਵੀ ਵਿਧਾਇਕ ਸੀ ਸਾਰਿਆਂ ਨੇ ਬੈਠ ਕੇ ਇਕੱਠਿਆਂ ਨੇ ਖਾਣਾ ਖਾਧਾ, ਜਿਸ ਨੇ ਕਿ ਮੁੜ ਤੋਂ ਪੁਰਾਣੀ ਇੱਕ ਮਿਸਾਲ ਦਿੱਤੀ ਹੈ। 2002 ਤੋਂ ਪਹਿਲਾਂ ਬਿਲਕੁਲ ਇਹੀ ਪਿਰਤ ਹੁੰਦੀ ਸੀ ਵਿਧਾਨ ਸਭਾ ਦੇ ਵਿੱਚ। ਇਹ ਦੁਪਹਿਰ ਦੇ ਖਾਣੇ ਦੀ ਪਿਰਤ ਚੱਲਦੀ ਹੁੰਦੀ ਸੀ।
ਕਿਉਂਕਿ ਆਉਂਦਾ ਤਾਂ ਖਾਣਾ ਉਹ ਸਰਕਾਰੀ ਪੱਧਰ ਤੇ ਹੀ ਹੈ। ਇਸ ਦੇ ਵਿੱਚ ਇੱਕ ਦਿਨ ਮੁੱਖ ਮੰਤਰੀ ਸਾਹਿਬ ਵੱਲੋਂ, ਫਿਰ ਜੇ ਡਿਪਟੀ ਮੁੱਖ ਮੰਤਰੀ ਹੋਵੇ ਉਹਦੇ ਵੱਲੋਂ, ਫਿਰ ਵਿਧਾਨ ਸਭਾ ਦੇ ਸਪੀਕਰ ਸਾਹਿਬ ਵੱਲੋਂ, ਡਿਪਟੀ ਸਪੀਕਰ ਸਾਹਿਬ ਵੱਲੋਂ, ਮੰਤਰੀਆਂ ਵੱਲੋਂ, ਤੇ ਇੱਕ ਦਿਨ ਮੌਕਾ ਦਿੱਤਾ ਜਾਂਦਾ ਸੀ ਵਿਰੋਧੀ ਧਿਰ ਦੇ ਆਗੂ ਨੂੰ। ਪਰ ਜਿਹੜੀ ਕੜੱਤਨ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਅਕਾਲੀ ਦਲ ਨਾਲ ਪੈ ਗਈ ਸੀ ਜੀ, ਉਹਦੇ ਕਰਕੇ ਪ੍ਰਥਾ ਬੰਦ ਹੋ ਗਈ ਸੀ। ਇਹ ਪ੍ਰਥਾ ਹੁਣ ਦੁਬਾਰਾ ਚੱਲੀ ਹੈ। ਇਹ ਪ੍ਰਥਾ ਦਾ ਦੁਬਾਰਾ ਚੱਲਣਾ ਬਹੁਤ ਸ਼ੁਭ ਸ਼ਗਨ ਹੈ ਕਿ ਸਾਰੇ ਵਿਧਾਇਕ ਇੱਕ ਮੰਚ ਤੇ ਬੈਠ ਕੇ ਇਕੱਠਿਆਂ ਨੇ ਭੋਜਨ ਛਕਿਆ। ਇੱਥੋਂ ਤੱਕ ਕਿ ਰਾਜਾ ਵੜਿੰਗ ਦੀ ਜਿਹੜੀ ਧੀ ਹੈ ਉਹ ਵੀ ਉੱਥੇ ਗਈ, ਜਿਹਨੂੰ ਕੁਲਤਾਰ ਸਿੰਘ ਸੰਧਮਾ ਸਾਹਿਬ ਆਪ ਚਮਚਾ ਮੂੰਹ 'ਚ ਪਾ ਕੇ ਖਾਣਾ ਖਵਾ ਰਹੇ ਨੇ। ਆਮ ਵਾਲੇ ਵਿਧਾਇਕ ਵੀ ਬੈਠੇ ਨੇ ਤੇ ਵਿਰੋਧੀ ਪਾਰਟੀਆਂ ਦੇ ਵਿਧਾਇਕ ਵੀ ਬੈਠੇ ਨੇ। ਇਕੱਠਿਆਂ ਬਹਿ ਕੇ ਜਿਹੜਾ ਖਾਣਾ ਖਾਣਾ, ਮੈਂ ਸਮਝਦਾ ਕਿ ਇੱਕ ਚੰਗੀ ਪਿਰਤ ਹੈ, ਹੋਣੀ ਚਾਹੀਦੀ ਹੈ। ਤੁਸੀਂ ਸਿਆਸੀ ਵਿਰੋਧ ਕਰੋ ਇੱਕ ਦੂਜੇ ਦਾ, ਇੱਕ ਦੂਜੇ ਦੀਆਂ ਸਿਆਸੀ ਤੌਰ ਦੇ ਉੱਤੇ ਲਕੀਰਾਂ, ਉਹਦੇ ਕੰਮ ਦੀਆਂ ਨਾਕਾਮੀਆਂ ਨੂੰ ਕੱਢੋ, ਪਰ ਇਹ ਨਹੀਂ ਕਿ ਤੁਸੀਂ ਇਹਨਾਂ ਸਾਰਿਆਂ ਨੂੰ ਜਿਹੜੇ ਤੁਹਾਡੇ ਸਮਾਜਿਕ ਸਮਾਗਮ ਨੇ ਉਹਨਾਂ ਦੇ ਵਿੱਚ ਇਕੱਠੇ ਕਰ ਲਵੋ। ਜੀ ਢਿੱਲੋਂ ਜੀ, GST ਕੌਂਸਲ ਦੀ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਤੇ ਕਈ ਵਸਤਾਂ ਟੈਕਸ ਦੇ ਘੇਰੇ ਦੇ ਵਿੱਚ ਲਿਆਂਦੇ ਗਈਆਂ ਤੇ ਕਈਆਂ ਦਾ ਕਰ ਵੀ ਵਧਾਇਆ ਗਿਆ, ਕਈ ਕਰ ਵੀ ਵਧਾਇਆ। ਦੇਖੋ, ਬਹੁਤ ਸਾਰੀਆਂ ਜਿਹੜੀਆਂ ਸੀਗੀਆਂ ਵਸਤਾਂ ਜਿਨ੍ਹਾਂ ਤੇ ਪਹਿਲਾਂ ਕੋਈ ਟੈਕਸ ਨਹੀਂ ਸੀ, ਖਾਸ ਕਰ ਖਾਣ ਦੀਆਂ ਵਸਤਾਂ, ਦੁੱਧ, ਦਹੀਂ, ਮੱਖਣ ਵਗੈਰਾ ਵਗੈਰਾ, ਇਹਨਾਂ ਦੇ ਉੱਤੇ 5% ਟੈਕਸ ਲਾਤਾ। ਇਦੋਂ ਬਾਅਦ ਤਾਂ ਹਵਾ ਰਹਿ ਗਈ ਬਸ। ਜੇ ਤੁਹਾਡੇ ਘਰੇ ਆ ਕੇ ਗਿਣਿਆ ਕਰਨਗੇ ਵੀ 5 ਦਰਖਤ ਲੱਗੇ ਨੇ, ਇਹਨਾਂ ਤੇ ਇੱਕ ਦੇ ਉੱਤੇ ਇੰਨਾ ਟੈਕਸ ਆ ਤੇ ਇਹਦਾ ਟੈਕਸ ਦਿਓ ਕਿਉਂਕਿ ਤੁਸੀਂ ਸਾਹ ਲੈਂਦੇ ਹੋ। ਇਸੇ ਤਰ੍ਹਾਂ ਕੁਝ ਉਹ ਕੰਮ ਸੀ ਜਿਨ੍ਹਾਂ ਤੇ ਟੈਕਸ 12% ਸੀ, ਉਹ ਵਧਾ ਕੇ 18% ਕਰਤਾ। ਇਹੋ ਕਾਰਨ ਹੈ ਕਿ ਪੰਜਾਬ ਦੀ ਭੱਠਾ ਐਸੋਸੀਏਸ਼ਨ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਅਸੀਂ ਅਗਲੇ ਸਾਲ ਤੋਂ, ਅਗਲੇ ਸੀਜ਼ਨ ਤੋਂ ਭੱਠੇ ਨਹੀਂ ਚਲਾਵਾਂਗੇ, ਪਰ ਉਹਨਾਂ ਨੇ ਹੁਣ ਫੈਸਲਾ ਕਰ ਲਿਆ ਕਿ ਅਸੀਂ ਜਿਹੜੇ ਭੱਠੇ ਆ ਹੁਣੇ ਬੰਦ ਕਰ ਦੇਵਾਂਗੇ। ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਵਿੱਤ ਮੰਤਰੀ, ਜਿਹੜੀ ਬੀਬੀ ਨਿਰਮਲਾ ਸੀਤਾ ਰਮਨ ਇਹ ਕੜੀ ਘੋਲਣ ਵਾਸਤੇ ਚੰਡੀਗੜ੍ਹ 'ਚ ਆਈ ਸੀ, ਇਹ ਉੱਥੇ ਕਰ ਲੈਂਦੀ। ਇਹ ਪੰਜਾਬ ਹਰਿਆਣੇ ਦੇ ਗੱਲ 'ਚ ਕਾਹਦੇ ਵਾਸਤੇ ਪਾਇਆ ਗਿਆ? ਸੋ ਇੱਕ ਪਾਸੇ ਕਹਿਣਾ ਸਾਡਾ ਕੋਈ ਟੈਕਸ ਨਹੀਂ ਜੀ, ਟੈਕਸ ਰਾਹਤ ਬਜਟ ਪੇਸ਼ ਕਰਤਾ ਜਿਹੜਾ 2 ਫਰਵਰੀ ਨੂੰ ਇਹ ਬੀਬੀ ਨਿਰਮਲਾ ਸੀਤਾ ਰਮਨ ਨੇ 1 ਫਰਵਰੀ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਸੀ ਤੇ ਬਾਅਦ ਦੇ ਵਿੱਚ ਪਾਸ ਕਰ ਦਿੱਤਾ ਗਿਆ। ਤੇ ਜੋ ਉੱਥੇ ਟੈਕਸ ਨਹੀਂ ਲਾਇਆ ਤੇ ਹੁਣ ਕਿਉਂ ਕਰ ਰਹੇ ਹੋ? ਫਿਰ ਡੀਜ਼ਲ ਪੈਟਰੋਲ, ਇੱਕ ਪਾਸੇ ਇੱਕ ਮੁਲਕ ਇੱਕ ਟੈਕਸ। ਜਦੋਂ ਇਹ ਸਕੀਮ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਸੀ ਤਾਂ ਸਭ ਤੋਂ ਵੱਧ ਧਮੱਚੜੇ ਨਾਲ ਭਾਜਪਾਈਆਂ ਨੇ ਪਾਇਆ ਸੀ, ਤੇ ਹੁਣ ਜਦੋਂ ਮਨਮੋਹਨ ਸਿੰਘ ਲੈ ਆਏ ਉਦੋਂ ਵੱਧ ਤੋਂ ਵੱਧ 18% ਰੱਖਿਆ ਗਿਆ ਸੀਗਾ। ਤੇ ਹੁਣ ਉਹ ਜਿਹੜਾ ਡੀਜ਼ਲ ਪੈਟਰੋਲ ਤੇ ਐਕਸਾਈਜ਼ ਡਿਊਟੀ ਤੇ ਵੈਟ ਵੱਖਰੇ ਤੌਰ ਤੇ ਰਾਜਾਂ ਦਾ ਵੱਖਰਾ ਹੈ, ਕੇਂਦਰ ਸਰਕਾਰ ਦਾ ਵੱਖਰਾ ਹੈ। ਅਦਰਵਾਈਜ਼ ਜੇ ਇਹ ਚੀਜ਼ ਇੱਕੋ ਟੈਕਸ ਅਧੀਨ ਆ ਜਾਵੇ, ਵੱਧ ਤੋਂ ਵੱਧ 28% ਹੈ, ਤੁਸੀਂ 28% ਸਭ ਤੋਂ ਵੱਧ ਲਾ ਦਿਓ ਤਾਂ ਵੀ ਪੈਟਰੋਲ ਡੀਜ਼ਲ ਦੀ ਕੀਮਤ ਦੇ ਵਿੱਚ 20 ਤੋਂ 25 ਰੁਪਏ ਕਮੀ ਹੋ ਸਕਦੀ ਹੈ। ਜੀ ਜੀ, ਗੁਰਦੁਆਰਾ ਚੋਣ ਕਮਿਸ਼ਨ ਮੁਖੀ SS ਸਾਰੋ ਨੇ ਸਰਗਰਮੀਆਂ ਤੇਜ਼ ਕੀਤੀਆਂ ਨੇ। ਦੇਖੋ, 11 ਸਾਲ ਹੋ ਗਏ, 11 ਦੇ ਵਿੱਚ ਹੋਈਆਂ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ। ਪਹਿਲਾਂ ਜਿਹੜੇ ਬਾਦਲ ਬਾਪ ਬੇਟਾ ਇਹਦੇ ਤੇ ਕਬਜ਼ਾ ਕਰਕੇ ਬੈਠੇ ਨੇ, ਉਹਨਾਂ ਨੇ ਇਹ ਹੋਣ ਹੀ ਨਹੀਂ ਦਿੱਤੀਆਂ ਕਿਉਂਕਿ ਕੇਂਦਰ ਦੇ ਵਿੱਚ ਭਾਈਵਾਲ ਸਨ। ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਇਹ ਚੋਣਾਂ ਕਰਾਵਾਂਗਾ, ਪਰ ਥੋੜੀ ਦੇਰ ਦੇ ਵਿੱਚ ਜਦੋਂ ਵੱਡੇ ਭਰਾ ਦੀ ਸਰਕਾਰ, ਛੋਟੇ ਭਰਾ ਦੀ, ਚਾਚਾ ਭਤੀਜਾ ਇਕੱਠੇ ਹੋ ਗਏ, ਉਦੋਂ ਬਾਅਦ ਇਹਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ। ਉਦੋਂ ਬਾਅਦ ਹੋਇਆ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜੇ ਦੁਬਾਰਾ ਚੋਣਾਂ ਹੋ ਗਈਆਂ ਤਾਂ ਸ਼ਾਇਦ ਸਾਡਾ ਦਾ ਨਾ ਲੱਗੇ, ਕਿਉਂਕਿ ਪੰਜਾਬ ਦੇ ਵਿੱਚ ਸਿਆਸੀ ਫਿਜ਼ਾ ਵੀ ਬਦਲ ਚੁੱਕੀ ਹੈ। ਇਹਨੂੰ ਠੰਡੇ ਵਾਸਤੇ 'ਚ ਹੀ ਰੱਖਿਆ, ਹਾਲਾਂਕਿ 5 ਸਾਲ ਤੋਂ ਬਾਅਦ ਹੁੰਦੀਆਂ ਨੇ, ਵਿੱਚ ਅਦਾਲਤੀ ਅੜਿੱਕੇ ਲੱਗੇ। ਕਿੰਨਾ ਚਿਰ ਤਾਂ ਇੱਥੇ ਮੱਕੜ ਸਾਹਿਬ ਹੀ ਰਾਜ ਕਰ ਗਏ। ਸੋ ਮੇਰੇ ਕਹਿਣ ਦਾ ਮਤਲਬ ਕਿ ਕੈਪਟਨ ਸਰਕਾਰ ਨੇ ਜਿਹੜੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਸੇਵਾ ਮੁਕਤ ਮੁੱਖ ਜੱਜ ਨੇ ਸ਼੍ਰੀ SS ਸਾਰੋਂ, ਉਹਨਾਂ ਨੂੰ ਇਹਦਾ ਕਮਿਸ਼ਨ ਦਾ ਮੁਖੀ ਲਾਤਾ। ਇਹ ਉਸ ਮੁਖੀ ਨੇ ਪਹਿਲਾਂ ਤਾਂ ਉਹਨੂੰ ਕੋਈ ਥਾਂ ਹੀ ਨਹੀਂ ਦਿੱਤੀ। ਹੁਣ ਪਤਾ ਲੱਗਿਆ ਕਿ ਦਫ਼ਤਰ ਮਿਲ ਗਏ ਨੇ, ਸਾਰਾ ਕੁਝ ਹੋ ਗਿਆ, ਉਹਨਾਂ ਨੇ ਸਰਗਰਮੀਆਂ ਤੇਜ਼ ਕਰਤੀਆਂ ਨੇ। ਉਮੀਦ ਰੱਖਣੀ ਚਾਹੀਦੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੌਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਜਲਦ ਕਰਾਉਣ ਦਾ ਯਤਨ ਕਰੇਗੀ। ਜੀ, ਭਾਵੇਂ ਕਰਾਉਣੀਆਂ ਇਹ ਕੇਂਦਰੀ ਗ੍ਰਹਿ ਮੰਤਰਾਲੇ ਨੇ,
ਪਰ ਸਰਕਾਰ ਜਦੋਂ ਬਾਰ-ਬਾਰ ਜਾ ਕੇ ਇਸ ਵੇਲੇ ਕੁਝ ਉਹ ਸ਼ਕਤੀਆਂ ਵੀ ਕੇਂਦਰ ਦੇ ਵਿੱਚ ਬੈਠੀਆਂ ਨੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਨੇੜੇ ਨੇ, ਉਹ ਚਾਹੁਣਗੀਆਂ ਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਜੀ ਢਿੱਲੋਂ ਜੀ, ਗੱਲ ਕਰ ਲਈ ਜਾਵੇ 12ਵੀਂ ਦੇ ਨਤੀਜੇ ਜੀ, ਤਾਂ ਦੇਖਿਆ ਗਿਆ ਕਿ ਇਹਨਾਂ ਨਤੀਜਿਆਂ ਦੇ ਵਿੱਚ ਪਹਿਲੇ 3 ਸਥਾਨਾਂ ਦੇ ਉੱਤੇ ਕੁੜੀਆਂ ਹੀ ਅੱਗੇ ਰਹੀਆਂ ਨੇ। ਇਹ ਬਿਲਕੁਲ ਠੀਕ ਹੈ ਜੀ। ਤਿੰਨਾਂ ਕੁੜੀਆਂ ਨੂੰ ਜਿਹੜੇ ਨੰਬਰ ਪ੍ਰਾਪਤ ਹੋਏ ਨੇ ਉਹ ਵੀ 497 ਹੋਏ ਨੇ, 500 ਚੋਂ 3 ਨੰਬਰ ਕੱਟੇ ਨੇ। ਇਹਨਾਂ 'ਚੋਂ ਇੱਕ ਕੁੜੀ ਹੈ ਅਰਸ਼ਦੀਪ ਕੌਰ ਸ਼ਿਮਲਾਪੁਰੀ ਲੁਧਿਆਣੇ ਦੀ, ਦੂਜੀ ਕੁੜੀ ਹੈ ਅਮਰਪ੍ਰੀਤ ਕੌਰ, ਇਹ ਕੁੜੀ ਸ਼ਾਇਦ ਉੱਥੋਂ ਦੀ ਹੈ, ਬਛੋਆਣਾ ਬੁਲਾਡੇ ਦੇ ਕੋਲੇ, ਤੀਜੀ ਕੁੜੀ ਹੈ ਕੁਲਵਿੰਦਰ ਕੌਰ, ਇਹ ਜੈਤੋ ਦੀ ਹੈ। ਫਿਰ ਇਹਨਾਂ ਦੀ ਉਮਰ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਪਹਿਲਾ, ਦੂਜਾ, ਤੀਜਾ ਸਥਾਨ ਦਿੱਤਾ ਗਿਆ। ਜਿਹੜੀ ਕੁੜੀ ਦੀ ਉਮਰ ਜ਼ਿਆਦਾ ਹੈ ਉਹਨੂੰ ਪਹਿਲੇ ਤੇ ਰੱਖ ਲਿਆ, ਜਿਹਦੀ ਉਦੋਂ ਘੱਟ ਹੈ ਉਹਨੂੰ ਦੂਜੇ ਤੇ ਰੱਖ ਲਿਆ, ਜਿਹਦੀ ਉਦੋਂ ਘੱਟ ਹੈ ਉਹਨੂੰ ਤੀਜੇ ਤੇ ਰੱਖ ਲਿਆ। ਪਰ ਅੰਕਾਂ ਦੇ ਮੁਤਾਬਕ, ਲਿਆਕਤ ਦੇ ਮੁਤਾਬਕ ਤਿੰਨੋਂ ਕੁੜੀਆਂ ਦੇ ਇੱਕੋ ਜਿੰਨੇ ਅੰਕ ਨੇ। ਉਮਰ ਦੇ ਹਿਸਾਬ ਦੇ ਨਾਲ ਇਹਨਾਂ ਤਿੰਨਾਂ ਨੂੰ ਵੱਖਰੇ ਥਾਂ ਤੇ ਕਰ ਲਿਆ। ਲੇਕਿਨ ਇਹ ਲੜਕੀਆਂ ਦਾ ਅੱਗੇ ਆਉਣਾ ਪਿਛਲੇ ਕਾਫੀ ਸਮੇਂ ਤੋਂ, ਕੋਈ ਸਮਾਂ ਹੁੰਦਾ ਸੀ ਜਦੋਂ 70% ਮੁੰਡੇ ਹੁੰਦੇ ਸੀ ਕਾਲਜਾਂ ਦੇ ਵਿੱਚ, 30% ਕੁੜੀਆਂ ਹੁੰਦੀਆਂ ਸੀ। ਅੱਜ 70% ਦੇ ਲਗਭਗ 60 ਤੋਂ 70% ਕੁੜੀਆਂ ਹੋ ਗਈਆਂ ਨੇ ਤੇ ਮੁੰਡਿਆਂ ਦੀ ਗਿਣਤੀ ਹੈ ਜਿਹੜੀ ਉਹ ਅੱਧ ਤੋਂ ਥੱਲੇ ਰਹਿ ਜਾਣਾ, ਇਹ ਚਿੰਤਾ ਦਾ ਵਿਸ਼ਾ ਹੈ। ਇਸ ਕਰਕੇ ਉਹਨਾਂ ਨੂੰ ਮਿਹਨਤ ਕਰਨੀ ਪਵੇਗੀ। ਜੇ ਮਿਹਨਤ ਨਾ ਕੀਤੀ ਤਾਂ ਇਸ ਤਰ੍ਹਾਂ ਦੀ ਸਥਿਤੀ ਉਹਨਾਂ ਦੇ ਸਾਹਮਣੇ ਆਵੇਗੀ। ਜਿਹੜੀ ਯਾਦ ਕਰੋ ਕਿ ਸਰਦੂਲ ਸਿਕੰਦਰ ਸਾਹਿਬ ਦਾ ਇੱਕ ਗੀਤ ਆਇਆ ਸੀ, ਬੰਨ ਸਿਰੇ ਜਾਇਆ ਕਰਨਗੀਆਂ ਮੁੰਡਿਆਂ ਨੂੰ ਕੁੜੀਆਂ ਵਿਆਹੁਣ ਲਈ, ਤੇ ਫਿਰ ਇਹ ਨਾ ਹੋਵੇ ਕਿ ਮੁੰਡਾ ਬਾਅਦ ਦੇ ਵਿੱਚ ਕਿਹਾ ਕਰੇ ਮੈਂ ਤਾਂ ਜੀ ਹਾਊਸ ਹਸਬੈਂਡ ਹੈ ਤੇ ਨੌਕਰੀ ਤੇ ਕੁੜੀ ਜਾਇਆ ਕਰੇ। ਜੀ 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 ਗੱਲਬਾਤ ਕਰ ਲਈ ਜਾਵੇ ਭਗਵੰਤ ਮਾਨ ਸਰਕਾਰ ਦੀ, ਤਾਂ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੌਰਾਨ ਉਹਨਾਂ ਦੇ ਵੱਲੋਂ ਵੱਡੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ, ਉਸ ਦੌਰਾਨ ਬਿਜਲੀ ਨੂੰ ਲੈ ਕੇ ਵੀ ਇੱਕ ਗਰੰਟੀ ਦਿੱਤੀ ਗਈ ਸੀ ਤੇ ਬਿਜਲੀ ਦੀ ਗਰੰਟੀ ਨੂੰ ਪੂਰਾ ਕਰ ਦਿੱਤਾ ਮਾਨ ਸਰਕਾਰ ਦੇ ਵੱਲੋਂ। ਉਹਨਾਂ ਨੇ ਐਲਾਨ ਕਰਤਾ ਜੀ ਕਿ ਜਿਹੜੀ ਲੰਘੀ 1 ਜੁਲਾਈ ਹੈ ਇਹਦੇ ਤੋਂ 300 ਯੂਨਿਟ ਬਿਜਲੀ ਖਪਤਕਾਰਾਂ ਨੂੰ ਮੁਫਤ ਦਿੱਤੀ ਜਾਵੇਗੀ। ਠੀਕ ਹੈ, ਦੇ ਦਿਓ, ਖਪਤਕਾਰ ਖੁਸ਼ ਹੋਣਗੇ। ਪਹਿਲੇ ਹੀ ਮੁਕਤਖੋਰੀ ਦੀ ਸਿਆਸਤ ਨੇ ਪੰਜਾਬ ਦਾ ਬੇੜਾ ਗਰਕ ਕਰਤਾ, ਕੁਝ ਹੋਰ ਹੋ ਜਾਊਗਾ। ਬਿਜਲੀ ਦੀ ਜਿਹੜੀ ਮੰਗ ਹਰ ਸਾਲ ਵੱਧਦੀ ਹੈ, ਇਹਦੀ ਪੂਰਤੀ ਕਿੱਥੋਂ ਹੋਏਗੀ? ਜੇ ਇਸ ਵਾਰੇ 15,000 ਮੈਗਾਵਾਟ ਤੱਕ ਗਈ ਹੈ, ਅਗਲੀ ਵਾਰ ਇਹ 16,500 ਮੈਗਾਵਾਟ ਤੱਕ ਜਾਵੇਗੀ। ਉਹ ਲਿਆਉਂਗੇ ਕਿੱਥੋਂ? ਜਿਹੜੇ 3 ਤਾਪ ਬਿਜਲੀ ਘਰ ਬਾਪ ਬੇਟਾ ਦੀ ਸਰਕਾਰ ਲਾ ਗਈ, ਅਜੇ ਤੱਕ ਕੋਈ ਉਹਦਾ ਸਪਸ਼ਟ ਨਹੀਂ ਕਰ ਰਿਹਾ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਲੈ ਕੇ ਆਵਾਂਗਾ ਇਹਦੇ ਵਿੱਚ ਇਹ ਸਮਝੌਤੇ ਕੀ ਹੋਏ ਨੇ ਜੀ, ਤੇ ਜਿਹੜੇ ਅਧਿਕਾਰੀ ਨੇ ਸਮਝੌਤੇ ਬਾਪ ਬੇਟੇ ਨਾਲ ਕਰਾਏ ਸੀ ਉਹੀ ਚਹੇਤਾ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਦਾ, ਤੇ ਹੁਣ ਚਹੇਤਾ ਮੌਜੂਦਾ ਵਾਲਿਆਂ ਦਾ ਵੀ ਉਹੀ ਹੈ। ਇਸ ਕਰਕੇ ਇਹਨਾਂ ਦਾ 100 ਦਿਨ ਤੋਂ ਵੱਧ ਲੰਘ ਗਿਆ, ਬਿਜਲੀ ਸਮਝੌਤਿਆਂ ਦੀ ਕਨਸੋੜ ਹੀ ਨਿਕਲੀ ਹਾਲ ਤੱਕ ਵੀ ਉਹ ਕਿੱਥੇ ਹੈ, ਕਿਹਨੇ ਕੀਤੇ ਸੀ, ਕਿਉਂ ਕੀਤੇ ਸੀ। ਕਹਿੰਦੇ ਜੇ 1 ਪੈਸੇ ਦਾ ਵੀ ਉਹਦਾ ਵੱਧ ਜਾਵੇ, 1 ਪੈਸਾ ਵੀ ਵੱਧ ਵਸੂਲਿਆ ਜਾਵੇ ਤਾਂ 350 ਕਰੋੜ ਦੇ ਲਗਭਗ ਫਰਕ ਪਾ ਦਿੰਦਾ। ਉੱਥੇ ਜਿਹੜਾ ਇਹ ਫਿਕਸ ਚਾਰਜ ਵਸੂਲਿਆ ਜਾ ਰਿਹਾ ਹਰਿਆਣੇ ਦੇ ਫਤਿਆਬਾਦ ਦੇ ਵਿੱਚ, ਉਹ 81 ਪੈਸੇ ਹੈ, ਤੇ ਪੰਜਾਬ ਦੇ ਇੱਕ ਪ੍ਰਾਈਵੇਟ ਤਾਪ ਬਿਜਲੀ ਘਰ ਦਾ 1 ਰੁਪਈਆ ਹੈ ਤੇ ਦੂਜੇ ਦਾ 1 ਰੁਪਈਆ 26 ਪੈਸੇ ਹੈ। ਇੱਥੇ ਇੰਨਾ ਫਰਕ ਕਿਉਂ? ਹਰਿਆਣੇ ਦੇ ਰੁਪਈਏ ਮੋਟੇ ਨੇ, ਜਿਹੜੇ ਘੱਟ ਚੜ੍ਹਦੇ ਨੇ ਉਹਨਾਂ ਦੀ ਵੈਲਿਊ ਜ਼ਿਆਦਾ ਹੈ ਤੇ ਪੰਜਾਬ ਵਾਲਿਆਂ ਦੀ ਘੱਟ ਹੈ। ਗਰੰਟੀ ਪੂਰੀ ਕਰਤੀ, ਲੇਕਿਨ ਜਿਹੜਾ 11,000 ਕਰੋੜ ਦਾ ਭਾਰ ਪੈਣਾ ਹੈ, ਇਹਦੀ ਪੂਰਤੀ ਕੌਣ ਕਰੇਗਾ? ਇਹਦੀ ਪੂਰਤੀ ਹੋਣੀ ਚਾਹੀਦੀ ਹੈ। ਤੁਸੀਂ ਭਾਵੇਂ ਜਿਹੜੇ ਬਾਕੀ ਰਹਿ ਗਏ ਵੀ ਮਾਫ ਕਰ ਦਿਓ, ਖੁੱਲਾ ਲੰਗਰ ਵਰਤਾਓ, ਪਰ ਬਿਜਲੀ ਬੋਰਡ ਨੂੰ ਕਿਵੇਂ ਚਲਾਉਣਾ ਇਹਦੇ ਬਾਰੇ ਮਾਨ ਸਰਕਾਰ ਦਾ ਬਜਟ ਬਿਲਕੁਲ ਚੁੱਪ ਹੈ। ਜੀ, ਨੂਪੁਰ ਸ਼ਰਮਾ ਦੀ ਗੱਲ ਕਰ ਲਈ ਜਾਵੇ ਤਾਂ ਸੁਪਰੀਮ ਕੋਰਟ ਨੇ ਉਸ ਨੂੰ ਚੰਗੀ ਝਾੜ ਪਾਈ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਨੂਪੁਰ ਸ਼ਰਮਾ ਜਿਹੜੀ ਹੈ, ਇਹੋ ਜਿਹੀਆਂ ਪਹਿਲਾਂ ਵੀ ਸੀ ਕਿ ਕੰਗਣਾ ਰਣੌਤ ਨੇ
ਪਹਿਲਾਂ ਬਥੇਰੇ ਗੁਲ ਖਿਲਾਏ ਸੀ ਤੇ ਉਹਨੇ ਨੂਪੁਰ ਸ਼ਰਮਾ ਨੇ ਇਹਨਾਂ ਦੇ ਕੰਨਾਂ ਤੱਕ ਮੂੰਹ ਪਾਟੇ ਵੇ ਨੇ, ਐਡੀਆਂ ਐਡੀਆਂ ਆਵਾਜ਼ਾਂ ਕੱਢਦੀਆਂ ਨੇ। ਇਹਨੇ ਕਹਿੰਦੇ ਕੋਈ ਗੱਲ ਕੀਤੀ ਜੀ, ਜਿਹਦੇ ਤਹਿਤ ਉਦੈਪੁਰ ਦੇ ਵਿੱਚ ਬਾਅਦ ਦੇ ਵਿੱਚ ਕਤਲ ਵੀ ਹੋਏ। ਉੱਥੇ ਇਸ ਤਰ੍ਹਾਂ ਦੀ ਸਥਿਤੀ ਵਾਪਰੀ ਪਈ ਹੈ ਕਿ ਵਕੀਲਾਂ ਨੇ ਉੱਥੇ ਉਹ ਜਿਹੜੇ 4 ਮੁਜਰਮ ਸੀ ਉਹਨਾਂ ਤੇ ਹਮਲਾ ਵੀ ਕਰਤਾ। ਇੱਕ ਦਾ ਨਾਂ ਭਾਜਪਾ ਨਾਲ ਜੁੜਦਾ ਹੈ, ਜਿਹੜਾ ਮੁਖਤਾਰੀ ਹੈ, ਕੀ ਉਹਦਾ ਅਸਲ ਜਿਹੜਾ ਨਾਮ ਹੈਗਾ ਉਹਦੇ ਨਾਲ ਜੁੜਦਾ ਹੈਗਾ। ਸੋ ਅਖਤਰੀ ਦਾ ਨਾਂ ਉਹਦੇ ਨਾਲ ਜੁੜਦਾ ਹੈ। ਸੋ ਇਹ ਜਿਹੜਾ ਨੂਪੁਰ ਸ਼ਰਮਾ ਨੂੰ ਜਸਟਿਸ ਸੂਰਿਆਕਾਂਤ ਤੇ ਐਸ.ਬੀ. ਪਾਰਦੀਵਾਲਾ, ਇਹ 2 ਸੀਨੀਅਰ ਜੱਜਾਂ ਦਾ ਬੈਂਚ ਹੈ ਜਿਨ੍ਹਾਂ ਨੇ ਕਿਹਾ ਕਿ ਉਹਨੂੰ ਪੂਰੇ ਭਾਰਤ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਹਦੇ ਇਹ ਬਿਆਨ ਦੇ ਨਾਲ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਟਿੱਪਣੀ ਦੇਤੀ ਕਿ ਜਿਹੜਾ ਐਂਕਰ ਹੈ ਤੇ ਟੀਵੀ ਹੈ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਦੂਜੇ ਪਾਸੇ ਕੋਲਕਾਤਾ ਦੇ ਵਿੱਚ ਇਸ ਨੂਪੁਰ ਸ਼ਰਮਾ ਨੂੰ ਲੱਭਣ ਵਾਸਤੇ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕਰਤਾ। ਲੁੱਕ ਆਊਟ ਨੋਟਿਸ ਦਾ ਮਤਲਬ ਹੁੰਦਾ ਕਿ ਉਹ ਹਵਾਈ ਅੱਡਿਆਂ ਦੇ ਉੱਤੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਜਿਹੜਾ ਭੱਦਰ-ਪੁਰਸ਼ ਹੈ ਇਹ ਕਿਤੇ ਬਾਹਰ ਨਾ ਵਿਦੇਸ਼ਾਂ ਨੂੰ ਭੱਜ ਜਾਂਦਾ ਹੋਵੇ, ਇਸ ਕਰਕੇ ਇਹਦੀ ਭਾਲ ਕੀਤੀ ਜਾ ਰਹੀ ਹੈ। ਜਿਹੜਾ ਇਸ ਤਰ੍ਹਾਂ ਦਾ ਬਿਆਨ ਕਿਸੇ ਵੀ ਪਾਰਟੀ ਦਾ ਕੋਈ ਆਗੂ ਦਿੰਦਾ, ਇਹਦੇ ਪਿੱਛੇ ਨਾ ਪਿੱਛੇ ਕੋਈ ਬੈਠਾ ਹੁੰਦਾ, ਕਿੱਲਾ ਜਿਹੜਾ ਹੈਗਾ ਵੱਡਾ ਹੁੰਦਾ ਜਿਹਦੇ ਤੇ ਕੱਟਾ ਤੀਂਗੜਦਾ। ਇਹ ਭਾਰਤੀ ਜਨਤਾ ਪਾਰਟੀ ਨੂੰ ਇਸ ਵੇਲੇ ਰਾਜ ਕਰਦੀ ਹੈ। ਜਿਹੜਾ ਸਾਡਾ ਅਸੂਲ ਹੈ ਧਰਮ ਅਨੇਕ ਭਾਰਤ ਇੱਕ, ਉਹਦੇ ਤੇ ਖੜਾ ਰਹਿਣਾ ਚਾਹੀਦਾ ਹੈ ਤੇ ਖੜਾ ਰਹਿ ਕੇ ਹੀ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਜੀ, ਅਕਾਲੀ ਦਲ ਦੀ ਗੱਲ ਕਰ ਲਈ ਜਾਵੇ ਤਾਂ ਅਕਾਲੀ ਦਲ ਕਰੇਗਾ ਦ੍ਰੋਪਦੀ ਮੁਰਮੂ ਦੀ ਹਮਾਇਤ। ਉੱਥੇ ਹੀ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਸਵਾਲ ਵੀ ਉਠਾਏ ਨੇ। ਦੇਖੋ ਰੀਨਾ, ਇਹ ਇਸ ਤਰ੍ਹਾਂ ਦਾ ਮਾਮਲਾ ਹੈਗਾ ਕਿ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ। ਚੋਰ ਨਾਲੋਂ ਪੰਡ ਕਾਲੀ, ਉਹ ਤਾਂ ਡਿੱਕੀ ਜਾਂਦੇ ਸੀ। ਅੱਜ ਬਹੁਤ ਸਾਰੇ ਲੋਕਾਂ ਨੇ ਤੇ ਕਮੈਂਟ ਕੀਤੇ ਵੀ ਇਹਨਾਂ ਦੀ ਟੁੱਟੀ ਕਦੋਂ ਸੀ। ਇਹ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਸੀ ਇਹਨਾਂ ਨੇ। ਇਹ ਪਹਿਲਾਂ ਤੋਂ ਵੀ ਉਹਦੇ ਨਾਲ ਖੜੇ ਨੇ ਤੇ ਇਸ ਕਰਕੇ ਦੂਜੇ ਪਾਸੇ ਕਾਂਗਰਸ ਹੈ, ਇਹਨਾਂ ਕੋਲੇ ਇੱਕੋ ਹੱਲ ਸੀ ਜੇ ਇਹ ਚੁੱਪ ਰਹਿ ਜਾਂਦੇ ਨਾ ਪਾਉਂਦੇ। ਪਰ ਇਹਨਾਂ ਨੇ ਕੁਰਸੀ ਪ੍ਰਾਪਤ ਕਰਨੀ ਹੈ ਤੇ ਕੁਰਸੀ ਪ੍ਰਾਪਤ ਕਰਨ ਵਾਸਤੇ ਜਿਹਦੀ ਜੀਭ 2-2 ਮੀਲ ਬਾਹਰ ਨਿਕਲੀ ਵੀ ਹੋਵੇ ਉਹ ਤਾਂ ਭੱਜੇ ਜਾਣਗੇ। ਤੇ ਤਾਂ ਭੰਗੜੇ ਪਾਉਂਦੇ ਸੀ ਜਦੋਂ ਇਹਨਾਂ ਨੂੰ ਕਹਿੰਦੇ ਜੇਪੀ ਨੱਡੇ ਦਾ ਫੋਨ ਆਇਆ, ਪਤਾ ਨਹੀਂ ਆਇਆ ਕਿ ਨਹੀਂ ਆਇਆ ਇਹ ਦੱਸਣਗੇ। ਲੇਕਿਨ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਜ਼ਰੂਰ ਕਹੀ ਹੈ ਕਿ ਸੁਖਬੀਰ ਸਿੰਘ ਜੀ, ਇਹ ਹਮਾਇਤ ਦੇਣ ਤੋਂ ਪਹਿਲਾਂ ਜਿਹੜਾ ਮੈਨੂੰ ਮੋਹਰਾ ਬਣਾ ਕੇ ਚੋਣ ਲੜੀ ਆ ਬੰਦੀ ਸਿੰਘਾਂ ਦੀ, ਉਹ ਮੰਗੀ ਪੂਰੀ ਕਰਾ ਲੈਂਦੇ। 11 ਸਾਲ ਹੋ ਗਏ ਨੇ। ਜਿਹੜਾ ਬਲਵੰਤ ਸਿੰਘ ਰਾਜੋਆਣਾ ਹੈ ਉਹਦੀ ਮਾਫੀ, ਮੌਤ ਤੋਂ ਮਾਫੀ, ਫਾਂਸੀ ਤੋਂ ਮਾਫੀ ਵਾਲੀ ਅਰਜੀ ਪੈਂਡਿੰਗ ਪਈ ਹੈ। 6 ਵਾਰ ਸੁਪਰੀਮ ਕੋਰਟ ਨੋਟਿਸ ਦੇ ਚੁੱਕੀ ਹੈ, ਉਹਦਾ ਤੁਸੀਂ ਕੱਖ ਨਹੀਂ ਕੀਤਾ ਹੈਗਾ। ਪ੍ਰਧਾਨ ਮੰਤਰੀ ਸਾਹਿਬ 2019 ਚ ਸੁਲਤਾਨਪੁਰ ਲੋਧੀ ਆ ਕੇ ਕਹਿ ਕੇ ਗਏ ਸੀ ਕਿ ਬੰਦੀ ਸਿੰਘ ਅਸੀਂ ਰਿਹਾ ਕਰਦੇ ਨੇ। ਉਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਆਉਂਦੇ ਨੇ, ਰਾਜੋਆਣਾ ਜੀ ਆਉਂਦੇ ਨੇ, ਕਈ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਨੇ। ਉਹ ਸ਼ਾਇਦ ਪੌਣੀ ਦਰਜਨ ਉਹਨਾਂ ਦੀ ਗਿਣਤੀ 9 ਤੋਂ ਵੱਧ ਹੈ, ਉਹ ਛਡਾ ਲੈਂਦੇ। ਪਰ ਕਦੋਂ? ਉਹਨਾਂ ਨੇ ਬੰਦੀ ਸਿੰਘਾਂ ਤੋਂ ਕੀ ਲੈਣਾ? ਉਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ। ਸੋ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਲੋਕ ਪਹਿਲਾਂ ਵੀ ਸਵਾਲ ਕਰਦੇ ਸੀ ਕਿ ਬੀਬਾ ਜੀ ਜਦੋਂ ਤੁਸੀਂ 2014 ਦੇ ਵਿੱਚ ਪਟਿਆਲਾ ਲੋਕ ਸਭਾ ਲੜੇ ਹੋ ਤੇ ਤੁਹਾਡੇ ਬਾਰੇ ਬੋਲਦੇ ਕੀ ਸੀ? ਇਹ ਤਾਂ ਚਮੜੀ ਬਚਾਉਣ ਵਾਸਤੇ ਤੁਹਾਨੂੰ ਅੱਗੇ ਕੀਤਾ ਸੀ, ਕਿਉਂਕਿ ਇਹਨਾਂ ਨੂੰ ਸੰਗਰੂਰ ਦੇ ਵਿੱਚ ਆਪਣਾ ਕੋਈ ਉਮੀਦਵਾਰ ਮਿਲਿਆ ਹੀ ਨਹੀਂ ਸੀ। ਸੋ ਇਹ ਚੀਜ਼ ਦਾ ਉਹ ਕਹਿੰਦੇ ਵੀ ਅਸੀਂ ਮਦਦ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਕਰਨੀ ਹੈ। ਤੇ ਬੀਬੀ ਕਮਲਦੀਪ ਕੌਰ ਨੇ ਇਸ ਤੇ ਅਕਾਲੀ ਦਲ ਤੇ ਸਵਾਲ ਚੱਕੇ ਨੇ ਵੀ ਕੋਈ ਮੰਗਾ ਹੀ ਮਨਾ ਲੈਂਦੇ। ਤੇ ਜਿਵੇਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਦੋਂ ਇਹ ਪਤਾ ਲੱਗ ਗਿਆ ਸੀ 1996 ਦੇ ਵਿੱਚ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਤੀਜਾ ਮੋਰਚਾ ਪ੍ਰਧਾਨ ਮੰਤਰੀ ਬਣਾ ਸਕਦਾ ਹੈ, ਤਾਂ ਜੁੱਤੀ ਪਾਉਣੀ ਭੁੱਲ ਗਏ ਸੀ ਸਿੱਧੇ ਵਾਜਪਾਈ ਦੇ ਘਰੇ ਜਾ ਕੇ, ਅਸੀਂ ਤਾਂ ਜੀ ਬਿਨਾਂ ਸ਼ਰਤ ਹਮਾਇਤ ਕਰਦੇ ਹਾਂ। ਤੇ ਫਿਰ ਕਾਹਦੇ ਵਾਸਤੇ ਮੰਗਦੇ ਸੀ ਪੰਜਾਬੀ ਬੋਲਦੇ ਇਲਾਕੇ? ਜੀ, ਉੱਥੇ ਕੋਈ ਸ਼ਰਤ ਹੀ ਰੱਖ ਲੈਂਦੇ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ, ਪੰਜਾਬੀ ਬੋਲਦੇ ਇਲਾਕੇ ਸ਼ਾਮਲ ਕਰ ਦਿਓ। ਤੇ ਉਹ ਹਮਾਇਤ ਦਾ ਸਿੱਟਾ ਇਹ ਨਿਕਲਿਆ ਕਿ ਬਾਦਲ ਸਾਹਿਬ 3 ਵਾਰੀ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋ ਗਏ ਸੀ। ਜੀ ਢਿੱਲੋਂ ਜੀ, 1 ਜੁਲਾਈ ਤੋਂ ਭਾਰਤ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਬੰਦ ਹੋਇਆ। ਇਹ ਬਿਲਕੁਲ ਹੈ ਜੀ, ਸਿੰਗਲ ਯੂਜ਼ ਪਲਾਸਟਿਕ ਇਸ ਵੇਲੇ ਬੰਦ ਕਰ ਦਿੱਤਾ ਗਿਆ। ਨਗਰ ਨਿਗਮਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ, ਪ੍ਰਦੂਸ਼ਣ ਰੋਕਥਾਮ ਬੋਰਡ ਸਾਰੇ ਕਾਫੀ ਸਰਗਰਮ ਨੇ। ਪੰਜਾਬ ਦੇ ਵਿੱਚ ਤਾਂ ਪਹਿਲਾਂ ਵੀ 2014 ਦੇ ਵਿੱਚ ਇੱਕ ਕਾਨੂੰਨ ਬਣਾਤਾ ਸੀ ਬਾਦਲ ਸਾਹਿਬ ਦੀ ਸਰਕਾਰ ਨੇ। ਕਾਨੂੰਨ ਇੱਥੇ ਬਹੁਤ ਬਣੇ ਹੋਏ ਨੇ, ਉਹ ਕਾਨੂੰਨ ਦਾ ਲਾਗੂ ਕਿਹਨੇ ਕਰਨਾ ਹੈ?
ਕਾਨੂੰਨ ਤਾਂ ਇੱਥੇ ਹੈਲਮਟ ਦਾ ਵੀ ਹੈ, ਕਾਨੂੰਨ ਤਾਂ ਇੱਥੇ ਪ੍ਰਦੂਸ਼ਣ ਵਾਲੇ ਵਾਹਨਾਂ ਦਾ ਵੀ ਹੈ, ਕਾਨੂੰਨ ਤਾਂ ਇੱਥੇ ਹੋਰ ਬਹੁਤ ਕਿਸਮ ਦੇ ਨੇ, ਹੈਲਮਟ ਦੂਜਾ ਤੀਜਾ ਚੌਥਾ ਹੈ ਜੀ, ਬੈਲਟ ਲਾਉਣ ਦਾ ਵੀ ਹੈ। ਇਹ ਚੰਡੀਗੜ੍ਹ ਦੀ ਹਦੂਦ ਦੇ ਵਿੱਚ ਵੜਦਿਆਂ ਆ ਜਿਹੜਾ ਸਾਹਮਣੇ ਤੁਹਾਡੇ ਹੈ ਜੀਰਕਪੁਰ ਟੱਪਣ ਸਾਰ ਸਾਰੇ ਸਿਆਣੇ ਹੋ ਜਾਂਦੇ ਨੇ। ਇੱਥੇ ਕੋਈ ਕੁਝ ਨਹੀਂ ਕਰਦਾ ਹੈਗਾ ਜੀ। ਇਹਦੇ ਤੇ ਜਦੋਂ ਤੱਕ ਹੁਣ ਜਿਵੇਂ ਪਲਾਸਟਿਕ ਹੈ ਤੇ ਜਿਹੜੀਆਂ ਫੈਕਟਰੀਆਂ ਉਹ ਬੰਦ ਕਰੋ। ਜਿੱਥੇ ਇਹ ਬਣਦਾ ਹੈਗਾ ਕਹਿੰਦਾ ਚੋਰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਜਿਹੜੀ ਉਹਨੂੰ ਪੈਦਾ ਕਰਦੀ ਹੈ। ਜੇ ਉਹਨੂੰ ਬੰਦ ਕਰੋਗੇ ਤਾਂ ਮੈਂ ਸਮਝਦਾ ਕਿ ਸ਼ਾਇਦ ਜ਼ਿਆਦਾ ਕਾਮਯਾਬੀ ਮਿਲ ਸਕਦੀ ਹੈ। ਇਹਨੇ ਸੀਵਰੇਜ ਦਾ ਬਹੁਤ ਬੁਰਾ ਹਾਲ ਕਰਤਾ। ਇੱਥੇ ਭਾਵੇਂ ਮਰਦ ਦੇ, ਔਰਤਾਂ ਦੇ, ਹੋਰਾਂ ਕਈ ਚੀਜ਼ਾਂ ਦੇ ਜਦੋਂ ਸੀਵਰੇਜ ਫਰੋਲੇ ਜਾਂਦੇ ਨੇ ਤਾਂ ਅਜਿਹੇ ਜਿਹੜੇ ਪਲਾਸਟਿਕ ਦੇ ਇਹ ਬਸਤਾਂ ਨੇਗੀਆਂ ਉਹ ਸੀਵਰੇਜ ਦੇ ਵਿੱਚ ਲੋਕ ਲਿਫਾਫੇ ਭਰ ਕੇ ਕੂੜੇ ਸੁੱਟੀ ਜਾਂਦੇ ਨੇ ਸੀਵਰੇਜਾਂ ਦੇ ਵਿੱਚ। ਤੇ ਸੀਵਰੇਜ ਉਦੋਂ ਹੀ ਵਧੀਆ ਚੱਲੇਗਾ ਜਦੋਂ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇਗਾ। ਜੀ ਢਿੱਲੋਂ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਗਿਆ। ਹਾਂਜੀ, ਸ਼੍ਰੀ ਅਕਾਲ ਤਖਤ ਸਾਹਿਬ ਦਾ ਕੱਲ ਸਥਾਪਨਾ ਦਿਵਸ ਸੀ। ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ। ਉਹਨਾਂ ਭੋਗਾਂ ਤੋਂ ਬਾਅਦ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਆਪਣਾ ਸੰਦੇਸ਼ ਦਿੱਤਾ ਕਿ ਸਾਰੇ ਇਕੱਠੇ ਹੋ ਕੇ ਇੱਕ ਪੰਥ ਤੇ ਆ ਜਾਓ। ਜੱਦਰ ਜੀ, ਇਹ ਸੰਦੇਸ਼ ਪਹਿਲਾਂ ਭਾਈ ਰਣਜੀਤ ਸਿੰਘ ਵੀ ਦੇ ਚੁੱਕੇ ਨੇ 1998 'ਚ। ਅੱਜ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਉਹਨਾਂ ਨੂੰ ਪੁੱਛ ਲਓ ਕਿ ਉਹਨਾਂ ਨੇ ਉਦੋਂ ਉਹਦੀ ਪਾਲਣਾ ਕੀਤੀ ਸੀ। ਤੁਸੀਂ 2 ਮਹੀਨੇ ਪਹਿਲਾਂ ਹੀ ਕਹਿ ਕੇ ਹਟੇ ਹੋ ਕਿ ਸ਼੍ਰੋਮਣੀ ਕਮੇਟੀ YouTube ਚੈਨਲ ਲਾਵੇ 1 ਹਫ਼ਤੇ ਦੇ ਵਿੱਚ। ਅੱਜ 2 ਮਹੀਨੇ ਹੋ ਗਏ। ਉਹ ਮੰਨ ਲਈ ਤੁਹਾਡੀ ਗੱਲ ਕਿਸੇ ਨੇ? ਸਿੱਖ ਕੌਮ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ, ਸੁਪਰੀਮ ਹੈ, ਉਹਦੇ ਜਥੇਦਾਰ ਤੁਸੀਂ ਹੋ। ਤੇ ਫਿਰ ਜਿਨ੍ਹਾਂ ਨੇ ਤੁਹਾਡੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ, ਸੁਪਰੀਮ ਕੋਰਟ ਸੂਓ ਮੋਟਸ ਨੋਟਿਸ ਲੈਂਦਾ ਹੁੰਦਾ। ਸੂਓ ਮੋਟਸ ਨੋਟਿਸ ਤੁਹਾਡੇ 'ਚ ਅਕਾਲੀ ਫੂਲਾ ਸਿੰਘ ਵਾਂਗ ਉਹ ਜੁਰਤ ਹੈ? ਜੇ ਹੈ ਤਾਂ ਕਰਕੇ ਦਿਖਾ ਦਿਓ ਤੇ ਇੱਕ ਨਿਵੇਕਲੀ ਪਹਿਚਾਨ ਪੈਦਾ ਕਰ ਦੇਵੋਗੇ। ਅੱਜ ਇੱਕ ਅਖਬਾਰ ਨੇ ਆਰਟੀਕਲ ਲਿਖਿਆ ਹੈ ਕਿ ਹਿੰਦੂਆਂ ਦੀ ਜਥੇਬੰਦੀ ਹੈ RSS, ਉਹਦਾ ਕਦੇ ਵੀ ਮਨੋਰਥ ਸੱਤਾ ਪ੍ਰਾਪਤ ਕਰਨਾ ਨਹੀਂ, ਉਹ ਆਪਣੇ ਬੰਦਿਆਂ ਨੂੰ ਸੱਤਾ ਪ੍ਰਾਪਤ ਕਰ ਦਿੰਦੀ ਹੈ। ਤੇ ਇੱਥੇ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਇਹ ਲੋਕ ਸੱਤਾ ਦੇ ਭੁੱਖੇ ਨੇ। ਤੇ ਜਦੋਂ ਸੱਤਾ ਦੇ ਭੁੱਖੇ ਰਹਿਣਗੇ ਤਾਂ ਅਕਾਲ ਤਖਤ ਸਾਹਿਬ ਦਾ ਜੋ ਹਾਲ ਇਹਨਾਂ ਨੇ ਕੀਤਾ, ਅਸੀਂ ਹੱਥ ਜੋੜ ਕੇ ਮਾਫੀ ਮੰਗ ਕੇ ਇਹ ਬੇਨਤੀ ਜਥੇਦਾਰ ਸਾਹਿਬ ਨੂੰ ਕਰਾਂਗੇ ਕਿ ਜਥੇਦਾਰ ਸਾਹਿਬ ਕਿਰਪਾ ਕਰੋ, ਇੱਕ ਦਿਨ ਇਸ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਅਕਾਲੀ ਫੂਲਾ ਸਿੰਘ ਵਾਲਾ ਜਿਹੜੀ ਰੂਹ ਹੈ ਉਹ ਲਿਆ ਕੇ ਉਹ ਕੰਮ ਕਰ ਦਿਓ। ਸਦੀਆਂ ਤੱਕ ਤੁਹਾਨੂੰ ਯਾਦ ਰੱਖਣਗੇ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।